ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, ਅੱਜ ਵੱਡਾ ਦਿਨ ਸੀ 18 ਦਸੰਬਰ 2021 ਟਰਮ 1 ਫਾਈਨਲ ਐਗਜ਼ਾਮ ਸੀ। ਪਹਿਲੀ ਟਰਮ ਦਾ +2 ਪੋਲੀਟੀਕਲ ਸਾਇੰਸ ਦਾ ਪੇਪਰ ਤੇ ਉਸ ਪੇਪਰ ਦਾ ਹੱਲ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਤਾਂ ਕਿ ਤੁਸੀਂ ਉਸ ਨੂੰ ਵੇਖ ਸਕੋ। ਬੇਟਾ ਆਓ ਆਪਾਂ ਦੇਖੀਏ ਕਿਹੜੇ ਕੁਐਸਚਨ ਸੀਗੇ ਤੇ ਉਹਨਾਂ ਦਾ ਕੀ ਸੋਲੂਸ਼ਨ ਸੀ। ਸੋ ਲੈਟ ਅਸ ਡੂ ਇਟ ਨਾਓ। ਸੋ ਅਸੀਂ ਸ਼ੁਰੂਆਤ ਕਰਦੇ ਹਾਂ ਕੁਐਸਚਨ ਪੇਪਰ ਦੀ। ਮੈਂ ਸਿਰਫ ਇੱਕ ਹੀ ਪੇਪਰ ਕਰਾਵਾਂਗਾ, ਉਸ ਤੋਂ ਦੂਜਾ ਪੇਪਰ ਜਿਹੜਾ ਵਿਦਿਆਰਥੀਆਂ ਦਾ ਆਪਣੇ ਆਪ ਦੇਖ ਲੈਣ। ਮੈਂ ਇਹ ਪੇਪਰ ਤੋਂ ਲੈ ਕੇ ਟੈਲੀ ਕਰਨ ਜਾ ਰਿਹਾ ਬੇਟਾ। +2 ਪੋਲੀਟੀਕਲ ਸਾਇੰਸ ਦਾ ਜਿਹੜਾ ਪੇਪਰ ਸੀ ਸੀਨੀਅਰ ਸੈਕੰਡਰੀ +2 2021 ਦਸੰਬਰ 2021 ਫਸਟ ਟਰਮ ਐਗਜ਼ਾਮ, ਪਹਿਲੀ ਟਰਮ ਦਾ ਜਿਹੜਾ ਪੇਪਰ ਸੀ ਉਹਦਾ ਆਪਾਂ ਹੱਲ ਕਰਨ ਜਾ ਰਹੇ ਹਾਂ। ਦਸੰਬਰ ਸੀਨੀਅਰ ਸੈਕੰਡਰੀ ਦਸੰਬਰ ਟਰਮ 1 ਪ੍ਰੀਖਿਆ ਪ੍ਰਣਾਲੀ ਦੇ ਵਿੱਚ ਇਹ ਕੁਐਸਚਨ ਹੈ ਤੇ ਉਹਦਾ ਆਨਸਰ ਕੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਇੰਸਟਰਕਸ਼ਨ ਸੀਗੀਆਂ। ਸੋ ਪਹਿਲਾ ਕੁਐਸਚਨ ਸੀ ਬੇਟਾ, ਬਹੁਤ ਸਾਰੇ ਪ੍ਰਸ਼ਨ ਉਹ ਸੀ ਜਿਹੜੇ ਆਪਾਂ ਲਗਾਤਾਰ ਕਰਦੇ ਆਏ ਹਾਂ। ਜਿਹੜੇ ਬੱਚੇ ਮੇਰੇ ਚੈਨਲ ਤੇ ਨੇ 100% ਕੁਐਸਚਨ ਉਹਨਾਂ ਨੂੰ ਆਉਂਦੇ ਹੋਣਗੇ। ਸੋ ਪਹਿਲਾ ਕੁਐਸਚਨ ਸੀ, ਰਾਜਨੀਤਿਕ ਪ੍ਰਣਾਲੀ ਮਨੁੱਖੀ ਸੰਬੰਧਾਂ ਦਾ ਇੱਕ ਅਜਿਹਾ ਸਥਿਰ ਨਮੂਨਾ ਹੈ ਜਿਸ ਵਿੱਚ ਕਾਫੀ ਹੱਦ ਤੱਕ ਸ਼ਕਤੀ, ਸ਼ਾਸਨ ਜਾਂ ਸੱਤਾ ਸ਼ਾਮਲ ਹਨ। ਇਹ ਕਥਨ ਕਿਸ ਦਾ ਹੈ? ਰਾਬਰਟ ਏ ਡਾਹਲ। ਇਹਦਾ ਸਹੀ ਆਨਸਰ ਸੀ ਏ, ਪਹਿਲੇ ਦਾ ਏ। ਬੇਟਾ ਮੈਂ ਇਹ ਕੁਐਸਚਨ ਲਿਆ ਹੋਇਆ, ਕੁਐਸਚਨ ਪੇਪਰ ਏ ਤੇ ਬੀ ਦੋ ਕੈਟਾਗਰੀ ਹੈ। ਮੈਂ ਏ ਵਾਲਾ ਪੇਪਰ ਤੋਂ ਸੋਲਵ ਕਰਾ ਰਿਹਾ, ਬੀ ਵਾਲੇ ਆਪਣੇ ਕੁਐਸਚਨਾਂ ਦੇ ਨਾਲ ਇਹਨੂੰ ਮੈਚ ਕਰ ਸਕਦੇ ਨੇ। ਓਕੇ, ਸੈਕੰਡ ਕੁਐਸਚਨ ਸੀਗਾ, ਰਾਜਨੀਤੀ ਵਿੱਚ ਮਨੁੱਖੀ ਸੁਭਾਅ ਹਿਊਮਨ ਨੇਚਰ ਇਨ ਪੋਲੀਟਿਕਸ ਕਿਸ ਦੀ ਲਿਖੀ ਪੁਸਤਕ ਹੈ? ਗ੍ਰਾਹਮ ਵਾਲਸ ਦੀ ਪੁਸਤਕ ਹੈ, 1960 ਵਿੱਚ ਲਿਖੀ ਸੀ ਗ੍ਰਾਹਮ ਵਾਲਸ ਨੇ ਹਿਊਮਨ ਨੇਚਰ ਇਨ ਪੋਲੀਟਿਕਸ। ਤੀਜਾ ਪ੍ਰਸ਼ਨ ਹੈਗਾ, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਪ੍ਰਣਾਲੀ ਦਾ ਰਸਮੀ ਢਾਂਚਾ ਨਹੀਂ ਹੈ? ਰਾਜਨੀਤਿਕ ਦਲ ਜਿਹੜਾ ਇਹ ਰਸਮੀ ਢਾਂਚਾ ਨਹੀਂ ਹੈ, ਇਹ ਗੈਰ ਰਸਮੀ ਢਾਂਚਾ ਵਾ। ਬਾਕੀ ਤਿੰਨੇ ਹੀ ਰਸਮੀ ਢਾਂਚੇ ਨੇ। ਸੋ ਤੀਜੇ ਕੁਐਸਚਨ ਦਾ ਬੀ ਆਨਸਰ ਸੀ ਬੇਟਾ। ਚੌਥਾ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਬਾਰੇ ਕਿਹੜਾ ਕਥਨ ਗਲਤ ਹੈ? ਸੋ ਇਹ ਪਹਿਲਾ ਹੀ ਕਥਨ ਗਲਤ ਸੀ। ਇਹਦਾ ਆਨਸਰ ਪਹਿਲਾ ਹੀ ਸੀਗਾ, ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦਾ ਸਰੂਪ ਸਮਾਨ ਹੁੰਦਾ ਹੈ। ਤੁਹਾਨੂੰ ਪਤਾ ਉਹਦੇ ਸਰੂਪ ਵਿੱਚ ਬਹੁਤ ਅੰਤਰ ਹੁੰਦਾ ਸੀ। ਸੋ ਚੌਥੇ ਦਾ ਏ ਆਨਸਰ ਸੀ। ਪੰਜਵਾਂ ਕੁਐਸਚਨ, ਆਰਥਿਕ ਖੇਤਰ ਵਿੱਚ ਰਾਜ ਦੀ ਗੈਰ ਦਖਲਅੰਦਾਜ਼ੀ ਦੇ ਹੱਕ ਵਿੱਚ ਕੌਣ ਸਨ? ਵੀ ਕੌਣ ਚਾਹੁੰਦੇ ਸੀ ਰਾਜ ਦੀ ਦਖਲਅੰਦਾਜ਼ੀ ਨਾ ਹੋਵੇ? ਸੋ ਇਹਦਾ ਪੁਰਾਤਨ ਉਦਾਰਵਾਦੀ ਟ੍ਰੈਡੀਸ਼ਨਲਿਸਟ ਜਿਹੜੇ ਸੀ ਉਹ ਚਾਹੁੰਦੇ ਸੀ ਦਖਲਅੰਦਾਜ਼ੀ ਨਾ ਹੋਵੇ। ਠੀਕ ਹੈ। ਛੇਵਾਂ ਪ੍ਰਸ਼ਨ, ਉਦਾਰਵਾਦ ਦਾ ਜਨਮਦਾਤਾ ਕਿਸ ਨੂੰ ਮੰਨਿਆ ਜਾਂਦਾ ਹੈ? ਜੌਨ ਲੌਕ ਨੂੰ ਉਦਾਰਵਾਦ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਨੈਕਸਟ ਬੇਟਾ, ਸਤਵਾਂ ਪ੍ਰਸ਼ਨ, ਸਮਕਾਲੀ ਉਦਾਰਵਾਦ ਦੀ ਧਾਰਨਾ ਰਾਜ ਨੂੰ ਡੈਸ਼ ਆਰਥਿਕ ਖੇਤਰ ਵਿੱਚ ਦਖਲਅੰਦਾਜ਼ੀ ਦਾ ਅਧਿਕਾਰ ਨਹੀਂ ਦਿੰਦੀ, ਇੱਕ ਜ਼ਰੂਰੀ ਬੁਰਾਈ ਮੰਨਦੀ ਹੈ, ਘੱਟ ਤੋਂ ਘੱਟ ਕੰਮ ਸੌਂਪਣ ਦੇ ਪੱਖ ਵਿੱਚ ਹੈ, ਜਾਂ ਅਰਥ ਵਿਵਸਥਾ ਦੇ ਨਿਯੰਤਰਣ। ਇਹਦਾ ਆਨਸਰ ਸੀਗਾ ਅਰਥ ਵਿਵਸਥਾ ਦੇ ਨਿਯੰਤਰਣ ਦਾ ਅਧਿਕਾਰ ਦਿੰਦੀ ਹੈ, ਕਿਉਂਕਿ ਆਧੁਨਿਕ ਉਦਾਰਵਾਦ ਦੀ ਚਾਹੁੰਦੇ ਨੇ ਵੀ ਰਾਜ ਆ ਜਿਹੜਾ ਉਹ ਜ਼ਰੂਰੀ ਕੰਮ ਕਰੇ, ਕਿਉਂਕਿ ਇਸੇ ਕਰਕੇ ਕਲਿਆਣਕਾਰੀ ਰਾਜ ਬਣਦਾ ਹੈ। ਨੈਕਸਟ 8ਵਾਂ ਪ੍ਰਸ਼ਨ, ਓਕੇ ਬੇਟਾ 8ਵਾਂ ਪ੍ਰਸ਼ਨ ਦੇਖੋ। 8ਵਾਂ ਪ੍ਰਸ਼ਨ ਹੈ, ਮਾਰਕਸਵਾਦੀ ਧਾਰਨਾ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਚਾਰ ਗਲਤ ਹੈ? ਰਾਜ ਅਤੇ ਸਮਾਜ ਵਿੱਚ ਕੋਈ ਅੰਤਰ ਨਹੀਂ ਹੈ। ਇਹ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਨਹੀਂ ਹੈ। ਉਹ ਰਾਜ ਅਤੇ ਸਮਾਜ ਵਿੱਚ ਅੰਤਰ ਦੱਸਦੇ ਸਨ, ਰਾਜ ਨੂੰ ਖਤਮ ਕਰਨ ਦੇ ਹੱਕ ਵਿੱਚ ਸਨ ਤੇ ਸਮਾਜ ਜਿਹੜਾ ਵਾ ਸਮਾਜ ਉਹ ਚਾਹੁੰਦੇ ਸੀ ਵਰਗ ਰਹਿਤ ਸਮਾਜ ਹੋਵੇ। 9ਵਾਂ ਪ੍ਰਸ਼ਨ, ਵਿਗਿਆਨਕ ਸਮਾਜਵਾਦ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ? ਵਿਗਿਆਨਕ ਸਮਾਜਵਾਦ ਦਾ ਪਿਤਾਮਾ ਕਾਰਲ ਮਾਰਕਸ ਨੂੰ ਮੰਨਿਆ ਜਾਂਦਾ। 10ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਕਾਰਲ ਮਾਰਕਸ ਦੀ ਹੈ? ਕਾਰਲ ਮਾਰਕਸ ਨੇ ਵਿਸ਼ਵ ਪ੍ਰਸਿੱਧ ਪੁਸਤਕ ਲਿਖੀ ਹੈ ਦਾਸ ਕੈਪੀਟਲ। ਸਹੀ ਆਨਸਰ ਸੀ ਹੈ 10ਵੇਂ ਦਾ। 11ਵਾਂ ਪ੍ਰਸ਼ਨ, ਦੋ ਸਟੇਟਮੈਂਟਾਂ ਵਿੱਚ ਕਮਿਊਨਿਸਟ ਮੈਨੀਫੈਸਟੋ ਮਹਾਤਮਾ ਗਾਂਧੀ ਦੀ ਰਚਨਾ ਹੈ ਤੇ ਮਹਾਤਮਾ ਗਾਂਧੀ ਹਿੰਸਾ ਦੇ ਸਮਰਥਕ ਸਨ। ਪਹਿਲਾ ਕਥਨ ਗਲਤ ਹੈ, ਦੂਜਾ ਸਹੀ ਹੈ। ਸੋ ਕੇਵਲ ਦੂਜਾ ਕਥਨ ਸਹੀ ਹੈ, ਬੀ ਆਨਸਰ ਸੀ 11ਵੇਂ ਦਾ। 12ਵੇਂ ਪ੍ਰਸ਼ਨ ਦਾ, ਮਹਾਤਮਾ ਗਾਂਧੀ ਦੀ 12ਵਾਂ ਹੈ, ਮਹਾਤਮਾ ਗਾਂਧੀ ਦੀ ਆਤਮ ਕਥਾ ਦਾ ਨਾਮ ਕੀ ਸੀ? ਸੋ ਮਹਾਤਮਾ ਗਾਂਧੀ ਦੀ ਆਤਮ ਕਥਾ ਦਾ ਨਾਮ ਮਾਈ ਐਕਸਪੈਰੀਮੈਂਟ ਵਿਦ ਟਰੁੱਥ, ਸੱਚ ਨਾਲ ਮੇਰੇ ਤਜਰਬੇ ਸੀਗਾ, ਬੀ ਆਨਸਰ। 13ਵੇਂ ਪ੍ਰਸ਼ਨ ਦਾ, ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਦਾ ਕਹਿਣ ਵਾਲੇ ਪਹਿਲੇ ਵਿਅਕਤੀ ਕੌਣ ਸਨ? ਸੁਭਾਸ਼ ਚੰਦਰ ਬੋਸ ਸਨ ਪਹਿਲੇ ਵਿਅਕਤੀ ਜਿਨ੍ਹਾਂ ਨੇ ਮਹਾਤਮਾ ਗਾਂਧੀ ਜੀ ਨੂੰ ਰਾਸ਼ਟਰਪਿਤਾ ਦਾ ਦਰਜਾ ਦਿੱਤਾ। 13ਵਾਂ ਡੀ,
14ਵਾਂ ਪ੍ਰਸ਼ਨ, ਮਹਾਤਮਾ ਗਾਂਧੀ ਦੇ ਰਾਜਨੀਤਿਕ ਗੁਰੂ ਕੌਣ ਸਨ? ਮਹਾਤਮਾ ਗਾਂਧੀ ਦੇ ਰਾਜਨੀਤਿਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਸਨ। ਬੀ ਆਨਸਰ 14ਵੇਂ ਦਾ। 15ਵਾਂ ਕੁਐਸਚਨ, ਭਾਰਤ ਵਿੱਚ ਅਸਲੀ ਕਾਰਜਪਾਲਿਕਾ ਕੌਣ ਹੈ? ਭਾਰਤ ਵਿੱਚ ਅਸਲੀ ਕਾਰਜਪਾਲਿਕਾ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਪਰਿਸ਼ਦ ਹਨ। ਇਹਨਾਂ ਨੂੰ ਅਸਲੀ ਕਾਰਜਪਾਲਿਕਾ ਕਿਹਾ ਜਾਂਦਾ ਹੈ। 16ਵਾਂ ਪ੍ਰਸ਼ਨ, ਸੰਸਦ ਦੇ ਗੈਰ ਮੈਂਬਰਾਂ ਨੂੰ ਵੱਧ ਤੋਂ ਵੱਧ ਮਹੀਨੇ ਲਈ ਮੰਤਰੀ ਨਿਯੁਕਤੀ ਦੇਣਾ। ਕਿੰਨੇ ਚਿਰ? 6 ਮਹੀਨੇ। 6 ਮਹੀਨੇ ਤੱਕ ਜਿਹੜਾ ਸੰਸਦ ਦਾ ਮੈਂਬਰ ਨਹੀਂ ਵੀ ਹੈਗਾ ਉਹ ਵੀ ਮੰਤਰੀ ਰਹਿ ਸਕਦਾ। 17ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸੰਸਦੀ ਸਰਕਾਰ ਦੀ ਨਹੀਂ ਹੈ? ਸੋ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿਚਕਾਰ ਵਿਰੋਧ। ਬੀ ਆਨਸਰ ਹੈ 17ਵੇਂ ਦਾ, ਕਿਉਂਕਿ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿੱਚ ਗੂੜੇ ਸੰਬੰਧ ਹੁੰਦੇ ਨੇ, ਇਸ ਕਰਕੇ ਇਹ ਗਲਤ ਸੀ ਸਟੇਟਮੈਂਟ ਇੱਥੇ 17ਵੇਂ 'ਚ। 17ਵੇਂ ਦਾ ਬੀ ਆਨਸਰ ਹੈ। 18ਵਾਂ ਪ੍ਰਸ਼ਨ ਦੇਖੋ ਬੇਟਾ, 18ਵਾਂ, ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਕਿਸ ਦੇਸ਼ ਤੋਂ ਲਈ ਗਈ ਹੈ? ਇੰਗਲੈਂਡ ਤੋਂ ਲਈ ਗਈ ਹੈ, ਇਹ ਆਨਸਰ ਹੈ। 19ਵਾਂ, ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ ਤੇ ਲੋਕਾਂ ਲਈ ਚੁਣੀ ਹੋਈ ਸਰਕਾਰ ਹੈ, ਕਿਸ ਨੇ ਕਿਹਾ? ਅਬਰਾਹਮ ਲਿੰਕਨ ਨੇ। ਸੀ ਆਨਸਰ ਹੈ 19ਵੇਂ ਦਾ ਸੀ ਆਨਸਰ। 20ਵਾਂ ਕੁਐਸਚਨ ਜਿਹੜਾ ਵਾ ਹੇਠ ਲਿਖਿਆਂ ਵਿੱਚੋਂ, 20ਵਾਂ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜੀ ਆਰਥਿਕ ਸਮੱਸਿਆ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਦੀ ਹੈ? ਗਰੀਬੀ ਹੀ ਆਰਥਿਕ ਸਮੱਸਿਆ ਜਿਹੜੀ ਲੋਕਤੰਤਰ ਨੂੰ ਪ੍ਰਭਾਵਿਤ ਕਰਦੀ ਹੈ। 21ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਪੰਚਾਇਤੀ ਰਾਜ ਵਿਖੇ ਹੇਠਲੇ ਪੱਧਰ ਦੀ ਸੰਸਥਾ ਹੈ? ਗ੍ਰਾਮ ਪੰਚਾਇਤ ਪੰਚਾਇਤੀ ਰਾਜ ਦੀ ਹੇਠਲੇ ਪੱਧਰ ਦੀ ਸੰਸਥਾ ਹੈ। ਨੈਕਸਟ ਹੈ 22ਵਾਂ ਪ੍ਰਸ਼ਨ, ਭਾਰਤ ਵਿੱਚ ਪੰਚਾਇਤਾਂ ਦੀ ਸ਼ੁਰੂਆਤ ਕਦੋਂ ਹੋਈ ਸੀ? ਭਾਰਤ ਵਿੱਚ ਪੰਚਾਇਤਾਂ ਦੀ ਸ਼ੁਰੂਆਤ 2 ਅਕਤੂਬਰ 1959 ਨੂੰ ਹੋਈ ਸੀ। 23ਵਾਂ ਪ੍ਰਸ਼ਨ, ਭਾਰਤ ਦੇ ਡੈਸ਼ ਰਾਜ ਵਿੱਚ ਸਭ ਤੋਂ ਵੱਧ ਪੰਚਾਇਤਾਂ ਸਥਾਪਿਤ ਕੀਤੀਆਂ ਗਈਆਂ ਸਨ? ਸਭ ਤੋਂ ਪਹਿਲੀ ਪੰਚਾਇਤ ਬਣਾਈ ਗਈ ਸੀ, ਸਭ ਤੋਂ ਪਹਿਲੀ ਪੰਚਾਇਤ ਰਾਜਸਥਾਨ 'ਚ ਬਣੀ ਸੀ 1959 'ਚ। 24ਵਾਂ ਪ੍ਰਸ਼ਨ, ਸ਼ਹਿਰੀ ਸਥਾਨਕ ਸਵੈ ਸ਼ਾਸਨ ਦੀ ਨਵੀਂ ਪ੍ਰਣਾਲੀ ਕਿਹੜੀ ਸੰਵਿਧਾਨਕ ਸੋਧ ਦੁਆਰਾ ਲਾਗੂ ਕੀਤੀ ਗਈ ਸੀ? 74ਵੀਂ ਸੰਵਿਧਾਨਕ ਸੋਧ। 25ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਮੌਜੂਦਾ ਸਮੇਂ ਨਗਰ ਨਿਗਮ ਨਹੀਂ ਹੈ? ਮਾਨਸਾ ਵਿੱਚ ਨਗਰ ਨਿਗਮ ਨਹੀਂ ਹੈ, ਅੰਮ੍ਰਿਤਸਰ, ਬਠਿੰਡਾ, ਮੋਗਾ ਤਿੰਨਾਂ ਵਿੱਚ ਨਗਰ ਨਿਗਮ ਹੈਗਾ। 26ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਦਲ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ? ਭਾਰਤੀ ਦਲ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ ਬਹੁ ਦਲ ਪ੍ਰਣਾਲੀ। ਸੀ ਆਨਸਰ। 27ਵਾਂ, ਹੇਠ ਲਿਖਿਆਂ ਵਿੱਚੋਂ ਸਭ ਤੋਂ ਪੁਰਾਣਾ ਰਾਸ਼ਟਰੀ ਰਾਜਨੀਤਿਕ ਦਲ ਕਿਹੜਾ ਹੈ? ਭਾਰਤੀ ਰਾਸ਼ਟਰੀ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ ਸਭ ਤੋਂ ਪੁਰਾਣਾ ਦਲ ਹੈ। 28ਵਾਂ, ਭਾਰਤੀ ਕਮਿਊਨਿਸਟ ਪਾਰਟੀ ਯਾਨੀ ਮਾਰਕਸਵਾਦੀ ਦੀ ਸਥਾਪਨਾ ਕਦੋਂ ਹੋਈ? ਮਾਰਕਸਵਾਦੀ ਦੀ ਸਥਾਪਨਾ 1964 ਵਿੱਚ ਹੋਈ। ਬੀ ਆਨਸਰ। 29ਵਾਂ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਮਹੱਤਵਪੂਰਨ ਰਾਸ਼ਟਰੀ ਰਾਜਨੀਤਿਕ ਦਲ ਹੈ, ਇਹ ਰਾਸ਼ਟਰੀ ਦਲ ਨਹੀਂ ਹੈ। ਭਾਰਤੀ ਜਨਤਾ ਪਾਰਟੀ ਇੱਕ ਖੇਤਰੀ ਦਲ, ਰਾਜਨੀਤਿਕ ਦਲ ਹੈ। ਇਹ ਦੋਵੇਂ ਸਟੇਟਮੈਂਟ ਗਲਤ ਨੇ, ਇਹਦਾ ਆਨਸਰ ਸੀ 29ਵਾਂ ਆਨਸਰ ਡੀ ਹੈ, ਦੋਵੇਂ ਕਥਨ ਗਲਤ ਹਨ। 30ਵਾਂ ਪ੍ਰਸ਼ਨ, ਭਾਰਤ ਵਿੱਚ ਕਿੰਨੇ ਰਾਸ਼ਟਰੀ ਰਾਜਨੀਤਿਕ ਦਲ ਹਨ? ਬੇਟਾ ਅੱਜ ਦੀ ਡੇਟ ਵਿੱਚ 8 ਰਾਸ਼ਟਰੀ ਰਾਜਨੀਤਿਕ ਦਲ ਨੇ, 8। ਸੋ ਇਹਦਾ ਬੀ ਆਨਸਰ ਸੀਗਾ 8 ਦਲ ਨੇ। 31ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਥਨਾਂ ਨੂੰ ਵਿਚਾਰੋ। ਭਾਰਤ ਵਿੱਚ 18 ਸਾਲ ਦੇ ਹਰੇਕ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ। ਦੂਜਾ, ਭਾਰਤ ਵਿੱਚ ਬਾਲਗ ਮਤ ਅਧਿਕਾਰ ਦੇ ਸਿਧਾਂਤ ਅਨੁਸਾਰ ਚੋਣਾਂ ਹੁੰਦੀਆਂ ਹਨ। ਸੋ ਇਹ ਦੋਵੇਂ ਕਥਨ ਸਹੀ ਨੇ, 18 ਸਾਲ ਦੇ ਹਰੇਕ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਵੀ ਹੈ ਤੇ ਬਾਲਗ ਮਤ ਅਧਿਕਾਰ ਵੀ ਹੈ। ਸੋ ਦੋਵੇਂ ਕਥਨ ਸਹੀ ਹਨ। 31ਵਾਂ ਸੀ ਆਨਸਰ। 32ਵਾਂ, ਭਾਰਤੀ ਸੰਵਿਧਾਨ ਦੀ ਕਿਸ ਸੋਧ ਨਾਲ ਵੋਟ ਦੇਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ? 61ਵੀਂ ਸੋਧ, 61st ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ, 61ਵੀਂ ਸੋਧ। ਬੀ ਆਨਸਰ। 33ਵਾਂ ਪ੍ਰਸ਼ਨ, ਭਾਰਤੀ ਦਲ ਪ੍ਰਣਾਲੀ ਦਾ ਸਰੂਪ ਡੈਸ਼ ਹੈ, ਕਿਹੋ ਜਿਹਾ ਹੈ? ਲੋਕਤੰਤਰੀ ਹੈ, ਕਿਉਂਕਿ ਬਿਲਕੁਲ ਹੀ ਮਨਮਰਜ਼ੀ ਨਹੀਂ ਚੱਲਦੀ, ਵੋਟਿੰਗ ਵੀ ਹੁੰਦੀ ਹੈ, ਪ੍ਰਧਾਨ ਨੇਤਾ ਚੁਣਨ ਵਾਸਤੇ ਵੋਟਿੰਗ ਵੀ ਹੁੰਦੀ ਹੈ। 34ਵਾਂ ਪ੍ਰਸ਼ਨ, 34, ਕੁਐਸਚਨ ਨੰਬਰ 34, ਜਿਸ ਚੋਣ ਵਿਧੀ ਦੁਆਰਾ ਪ੍ਰਤੀਨਿਧੀ ਪ੍ਰਤੱਖ ਰੂਪ ਵਿੱਚ ਮਤਦਾਤਾ ਦੁਆਰਾ ਚੁਣੇ ਜਾਂਦੇ ਹਨ, ਉਸ ਚੋਣ ਵਿਧੀ ਨੂੰ ਡੈਸ਼ ਚੋਣ ਵਿਧੀ ਕਿਹਾ ਜਾਂਦਾ। ਕਿਹੜੀ ਚੋਣ ਵਿਧੀ ਕਿਹਾ ਜਾਂਦਾ? ਪ੍ਰਤੱਖ ਚੋਣ ਵਿਧੀ ਕਿਹਾ ਜਾਂਦਾ। 34ਵੇਂ ਦਾ ਇਹ ਆਨਸਰ ਹੈ। 35ਵਾਂ ਪ੍ਰਸ਼ਨ,
ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਹੇਠਲੀ ਪੱਧਰ ਦੀ ਰਾਜਨੀਤਿਕ ਸਹਿਭਾਗਤਾ ਲਈ ਜ਼ਿੰਮੇਵਾਰ ਹੈ? ਭ੍ਰਿਸ਼ਟਾਚਾਰ, ਅਨਪੜ੍ਹਤਾ, ਗਰੀਬੀ, ਉਪਰੋਕਤ ਸਾਰੇ ਆਨਸਰ ਇਹਦਾ। 36ਵਾਂ ਪ੍ਰਸ਼ਨ, ਭਾਰਤ ਵਿੱਚ ਚੋਣ ਮਿਤੀ ਦੀ ਘੋਸ਼ਣਾ ਕੌਣ ਕਰਦਾ ਹੈ? ਭਾਰਤ ਵਿੱਚ ਇਹ ਚੋਣ ਕਮਿਸ਼ਨ ਕਰਦਾ ਵਾ, ਇਲੈਕਸ਼ਨ ਕਮਿਸ਼ਨ ਕਰਦਾ, ਸੀ ਆਨਸਰ। 37ਵਾਂ ਪ੍ਰਸ਼ਨ, ਭਾਰਤ ਵਿੱਚ ਅੱਜ ਤੱਕ ਲੋਕ ਸਭਾ ਦੀਆਂ ਕਿੰਨੀਆਂ ਆਮ ਚੋਣਾਂ ਹੋ ਚੁੱਕੀਆਂ ਹਨ? 17 ਆਮ ਚੋਣਾਂ ਹੋ ਚੁੱਕੀਆਂ ਹਨ। 38ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਚੋਣ ਆਯੋਗ ਦਾ ਕਾਰਜ ਨਹੀਂ ਹੈ? ਸੋ ਸੰਵਿਧਾਨ ਦੀ ਸੋਧ ਕਰਨਾ ਜਿਹੜਾ ਇਹ ਕਾਰਜ ਹੈਗਾ, ਸੰਵਿਧਾਨ ਦੀ ਸੋਧ ਕਰਨ ਦਾ ਕਾਰਜ ਸੰਸਦ ਦਾ ਹੈ, ਇਸ ਕਰਕੇ ਇਹ ਚੋਣ ਆਯੋਗ ਦਾ ਕਾਰਜ ਨਹੀਂ ਹੈ। ਇਹ ਆਨਸਰ ਹੈ 38 ਦਾ। 39ਵਾਂ ਪ੍ਰਸ਼ਨ, ਹੇਠ ਚੋਂ ਕਿਹੜਾ ਤੱਤ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਦਾ? ਜਾਤੀਵਾਦ, ਧਰਮ, ਭਾਸ਼ਾਵਾਦ, ਉਪਰੋਕਤ ਸਾਰੇ ਹੀ ਪ੍ਰਭਾਵਿਤ ਕਰਦੇ ਆ। 40ਵਾਂ ਪ੍ਰਸ਼ਨ, ਰਾਜਨੀਤਿਕ ਜਨ ਸਹਿਭਾਗਤਾ ਤੋਂ ਕੀ ਭਾਵ ਹੈ? ਰਾਜਨੀਤਿਕ ਜਨ ਸਹਿਭਾਗਤਾ ਰਾਜਨੀਤਿਕ ਕਾਰਜਾਂ ਵਿੱਚ ਲੋਕਾਂ ਦੀ ਹਿੱਸੇਦਾਰੀ ਤੇ ਵੋਟਰ ਆਪਣੀ ਵੋਟ ਦਾ ਪ੍ਰਯੋਗ ਕਰਦੇ ਸਮੇਂ ਜਿਨ੍ਹਾਂ ਤੱਤਾਂ ਅਤੇ ਹਾਲਾਤਾਂ ਤੋਂ ਪ੍ਰਭਾਵਿਤ ਹੁੰਦੇ ਹਨ। ਏ ਤੇ ਬੀ, ਸੋ ਇਹ ਦੋਵੇਂ ਨੇ, ਸੋ ਇਸ ਕਰਕੇ ਸੀ ਆਨਸਰ ਹੈ 40ਵੇਂ ਦਾ, ਸੀ ਆਨਸਰ। ਸੋ ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ ਬੇਟਾ। ਜਿੰਨਾ ਮੇਰੀਆਂ ਲਾਈਵ ਕਲਾਸਾਂ ਲਾਈਆਂ ਨੇ 100% ਪੇਪਰ ਉਹੀ ਆਏ ਨੇ ਜਿਹੜੇ ਅਸੀਂ ਡਿਸਕਸ ਕਰਦੇ ਰਹੇ ਹਾਂ ਲਾਈਵ ਕਲਾਸਾਂ ਵਿੱਚ। ਸੋ ਤੁਸੀਂ ਵੀ ਲਗਾਤਾਰ ਦੂਜੀ ਟਰਮ ਦਾ ਐਗਜ਼ਾਮ ਵੀ ਦੇਣਾ ਵਾ, ਅਤੇ ਇਸ ਕਰਕੇ ਲਗਾਤਾਰ ਮੇਰੀਆਂ ਲਾਈਵ ਕਲਾਸਾਂ ਅਟੈਂਡ ਕਰੋ, ਅਤੇ ਆਪਾਂ ਜਲਦੀ ਸ਼ੁਰੂ ਕਰਾਂਗੇ ਅੱਗੋਂ ਵੀ ਲਾਈਵ ਕਲਾਸਿਸ ਪੋਲੀਟੀਕਲ ਸਾਇੰਸ ਦੀਆਂ। ਅਤੇ ਮੇਰੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰਾਓ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ। ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ, ਲਾਈਕ ਕਰੋ, ਅਤੇ ਤੁਹਾਡਾ ਪੇਪਰ ਕਿਹੋ ਜਿਹਾ ਹੋਇਆ ਅਤੇ ਕਿੰਨੇ ਨੰਬਰ ਆਉਣੇ ਆ ਕਮੈਂਟ ਕਰਕੇ ਜ਼ਰੂਰ ਦੱਸੋ। ਥੈਂਕ ਯੂ ਵੈਰੀ ਮਚ, ਥੈਂਕ ਯੂ।